अस्सलामुअलैकुम या साहिबुल असर व ज़मान बफ़िज़ान मुर्शद अब्द हैदर ऑल इन वन एक विच ही सारे जी ए टॉपिक है मेरी वीडियो दा ते कोशिश करना कि ज़रा गौर नाल सुनना क्योंकि मैं जो कुछ लिखिਆ उस तो अलावा तशरीह भी है तुसीं अगर सिर्फ पेज ते नज़र मारोगे तो शायद तुहानूं पूरी समझ ना आवे। अच्छा जी साढ़े कोल कुछ अकायद ने, इबादात ने उन्हां विच नमाज़ है, कलमा है, अज़ान है, हज है, ज़ियारात ने, ठीक है? फिर तस्बीह है, चिल्ले ने, हकूकुल इबाद, हुकूकुल्लाह, ज़कात, इल्म हासिल करना वगैरह। फिर कुछ दूसरे फ़िरके वाला आ जाइए तो उधर फिर मजालिस ने, मजालिस जाना, मजालिस करवाना, अज़ादारी करना, ज़ंजीर ज़नी करना, मातमदारी करना, लंगर न्याज़ वगैरह देना। फिर उस तो अलावा हज़रत आदम अलैहिस्सलाम तो लैके इमाम हसन अस्करी सल्लल्लाहु अलैहि वसल्लम दी मुहब्बत विच अपना खानदान ज़िबा करवा देना, दिन रात इन्हां दे कसीदे पढ़ना, मजालिस करवाना, इन्हां दे फ़ज़ाइल पढ़ना। ਇਹ ਕੁਛ ਜਿਹੜੀਆਂ ਨੇ ਨਾ ਇਬਾਦਤ ਨੇ। ਇਹਨਾਂ ਵਿੱਚ ਇੱਕ ਇਬਾਦਤ ਹੋਰ ਵੀ ਹੈ ਜਿਹੜੀ ਕਿ ਇਮਾਮ ਜ਼ਮਾਨਾ ਸੱਲੱਲਾਹੁ ਅਲੈहि ਵਸੱਲਮ ਦੀ ਮਾਰਫਤ ਤੇ ਉਹਨਾਂ ਦੀ ਨੁਸਰਤ। ਜ਼ਾਹਰੀ ਗੱਲ ਹੈ ਅਗਰ ਮੈਂ ਤੁਹਾਨੂੰ ਕਹਾਂ ਕਿ ਜੀ ਮੇਰੀ ਮਦਦ ਕਰਿਆ ਜੇ, ਮੇਰੀ ਮਦਦ ਕਰੇ, ਮੇਰੀ ਨੁਸਰਤ ਕਰਿਆ ਜੇ ਤੇ ਤੁਸੀਂ ਤਾਂ ਮੈਨੂੰ ਜਾਣਦੇ ਹੀ ਨਹੀਂ, ਤੁਹਾਨੂੰ ਤਾਂ ਮੇਰੀ ਮਾਰਫਤ ਹੀ ਨਹੀਂ, ਮੈਂ ਕਿਹੋ ਜਿਹਾ ਵਾਂ, ਕਿੱਥੇ ਰਹਿੰਦਾ ਵਾਂ, ਕੀ ਕਰਦਾ ਵਾਂ, ਤੁਹਾਨੂੰ ਤਾਂ ਮੇਰਾ ਪਤਾ ਹੀ ਨਹੀਂ ਤੇ ਤੁਸੀਂ ਕਿਵੇਂ ਕਰ ਸਕਦੇ ਹੋ। ਲਿਹਾਜ਼ਾ ਮੌਲਾ ਦੀ ਅਗਰ ਇਮਾਮ ਜ਼ਮਾਨਾ ਦੀ ਅਗਰ ਤੁਸੀਂ ਮਾਰਫਤ ਹਾਸਿਲ ਨਹੀਂ ਕਰੋਗੇ ਫਿਰ ਨੁਸਰਤ ਕਿਵੇਂ ਕਰ ਸਕੋਗੇ। ਨੁਸਰਤ ਵਾਸਤੇ ਜ਼ਰੂਰੀ ਵੀ ਇਹ ਵੀ ਹੈ ਕਿ ਤੁਸੀਂ ਪਹਿਲੇ ਉਹਨਾਂ ਦੀ ਮਾਰਫਤ ਤੇ ਹਾਸਿਲ ਕਰੋ। ਅੱਛਾ ਯਾਨੀ ਕਿ ਹੁਣ ਮੌਲਾ ਦੀ ਮਾਰਫਤ ਤੇ ਨੁਸਰਤ। ਹੁਣ ਇਹਨਾਂ ਸਾਰੀਆਂ ਦੇ ਵਿੱਚੋਂ ਸਭ ਤੋਂ ਅਹਿਮ ਚੀਜ਼ ਕਿਹੜੀ ਹੈ, ਇਹਦੇ ਤੇ ਗੌਰ ਕਰਨਾ ਹੈ। ਤੇ ਮੇਰਾ ਖਿਆਲ ਹੈ ਕਿ ਅਕਲਮੰਦ ਬੰਦਾ ਜਿਹੜਾ ਹੁੰਦਾ ਨਾ ਕਿ ਕਿਆ ਨਮਾਜ਼ ਅਗਰ ਥਾਮ ਲਈਏ ਕਿਆ ਇਹ ਸਾਰੀਆਂ ਚੀਜ਼ਾਂ ਵਿੱਚ ਆ ਜਾਣਗੀਆਂ? ਨਹੀਂ। ਕਲਮੇ ਨੂੰ ਅਗਰ ਥਾਮ ਲਈਏ ਕਿ ਸਾਰੀਆਂ ਚੀਜ਼ਾਂ ਵਿੱਚ ਆ ਜਾਣਗੀਆਂ। ਅਗਰ ਅਜ਼ਾਨ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਅਪਣਾ ਲਈਏ ਬਸ ਅਜ਼ਾਨ ਹੀ ਅਜ਼ਾਨ, ਕਿਆ ਸਾਰੀਆਂ ਚੀਜ਼ਾਂ ਵਿੱਚ ਆ ਜਾਣਗੀਆਂ? ਅਜ਼ਾਦਾਰੀ ਦੇ ਵਿੱਚ ਸਾਰੀਆਂ ਚੀਜ਼ਾਂ ਸ਼ਾਮਲ ਆ ਜਾਣਗੀਆਂ? ਸਵਾਬ ਹਰ ਚੀਜ਼ ਦਾ ਆਪਣੀ ਜਗ੍ਹਾ ਤੇ ਬਹੁਤ ਬਹੁਤ ਵੱਡਾ ਸਵਾਬ ਹੈ, ਹਰ ਕੋਈ ਇਹਦੇ 'ਚ ਕੋਈ ਸ਼ੱਕ ਨਹੀਂ। ਹਰ ਚੀਜ਼ ਦਾ ਜਿਹੜਾ ਅਜਰ ਹੈ ਨਾ ਬਹੁਤ ਬਹੁਤ ਜ਼ਿਆਦਾ ਹੈ। ਲੇਕਿਨ ਕਿਆ ਸਾਰੀਆਂ ਚੀਜ਼ਾਂ ਇੱਕ 'ਚ ਆ ਸਕਦੀਆਂ ਨੇ? ਜੀ ਸਾਰੀਆਂ ਚੀਜ਼ਾਂ ਜਨਾਬ ਮਾਰਫਤ ਇਮਾਮ ਜ਼ਮਾਨਾ ਤੇ ਨੁਸਰਤ ਇਮਾਮ ਜ਼ਮਾਨਾ ਸੱਲੱਲਾਹੁ ਅਲੈहि ਵਸੱਲਮ ਦੇ ਵਿੱਚ ਆ ਜਾਂਦੀਆਂ ਨੇ। ਇਹ ਗੱਲ ਦਾ ਚੈਲੰਜ ਵੀ ਹੈ ਮੇਰਾ। ਅਗਰ ਕੋਈ ਉਹੀ ਗੱਲ ਕਿ ਆਪਣੀ ਇੱਜ਼ਤ ਕਰਵਾਉਣਾ ਚਾਹੁੰਦਾ ਤੇ ਚੈਲੰਜ ਕਬੂਲ ਕਰ ਲਵੇ ਫਿਰ ਮੇਰਾ। ਮੈਂ ਗੱਲ ਕੀਤੀ ਹੈ ਕਿ ਇਮਾਮ ਜ਼ਮਾਨਾ ਦੀ ਮਾਰਫਤ ਤੇ ਨੁਸਰਤ ਨਾ ਹੋਈ ਤੇ ਸਾਰੀਆਂ ਚੀਜ਼ਾਂ ਬੇਕਾਰ ਹੋ ਜਾਣਗੀਆਂ, ਸਾਰੀਆਂ ਚੀਜ਼ਾਂ ਬੇਕਾਰ ਹੋ ਜਾਣਗੀਆਂ। ਅਗਰ ਕੋਈ ਵਕਤ ਦੇ ਇਮਾਮ ਦੀ ਮਾਰਫਤ ਤੇ ਨੁਸਰਤ ਕਰ ਲੈਂਦਾ ਹੈ, ਅਗਰ ਉਹ ਉਹਦੇ ਕੋਲ ਇਹ ਚੀਜ਼ਾਂ ਨਹੀਂ ਵੀ ਨਾ ਹੁੰਦੀਆਂ ਉਹ ਕਾਮਯਾਬੀ ਹਾਸਿਲ ਕਰ ਸਕਦਾ ਹੈ। ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨ ਹੈ। ਮੈਂ ਅੱਗੋਂ ਹਦੀਸ ਵੀ ਪੇਸ਼ ਕਰਨੀ ਤੇ ਤੁਹਾਨੂੰ ਪੂਰਾ ਫਰਮਾਨ ਵੀ ਅੱਗੋਂ ਸੁਣਾਉਣਾ, ਅੱਗੋਂ ਸਾਰਾ ਪੂਰਾ ਵਾਕਿਆ ਪਿਆ ਮੇਰੇ ਕੋਲ। ਫਰਮਾਇਆ ਜਿਹੜਾ ਬੰਦਾ ਵੀ ਆਪਣੇ ਜ਼ਮਾਨੇ ਦੇ ਇਮਾਮ ਨੂੰ ਪਛਾਣਨ ਤੋਂ ਬਗੈਰ ਮਰਿਆ ਉਹ ਜਹਾਲਤ ਤੇ ਮਰਿਆ, ਜਹਾਲਤ ਤੇ ਮਰਿਆ। ਜਿਹੜਾ ਹੈ ਹੀ ਜਹਾਲਤ ਤੇ, ਉਹਦੀ ਜਿੰਨੀ ਇਬਾਦਤ ਹੋਈ ਜਹਾਲਤ ਤੇ ਹੋਈ। ਉਹਨੇ ਜੋ ਵੀ ਆਪਣੇ ਵੱਲੋਂ ਇਬਾਦਤ ਕੀਤੀਆਂ ਉਹਨੇ ਜਹਾਲਤ ਤੇ ਕੀਤੀਆਂ। ਜਦੋਂ ਹੈ ਹੀ ਇੰਨਾ ਸੀ ਤਾਂ ਇਹਨੂੰ ਕੀ ਪਤਾ ਲੱਗਾ ਸਹੀ ਕੀ ਤੇ ਗਲਤ ਕੀ। ਯਾਨੀ ਕਿ ਆਲ ਇਨ ਵਨ ਕੀ ਹੈ? ਇਮਾਮ ਜ਼ਮਾਨ ਦੀ ਮਾਰਫਤ ਤੇ ਉਸ ਦੀ ਨੁਸਰਤ। ਓਏ ਹੋਏ ਇਹਨਾਂ ਵਿੱਚੋਂ ਬਸ ਕਿਸੇ ਇੱਕ ਨੂੰ ਅਗਰ ਥਾਮਣ ਦਾ ਕਿਹਾ ਜਾਵੇ ਕਿ ਜਿਹੜਾ ਸਭ ਅਦਾ ਹੋ ਜਾਵੇ, ਅਗਰ ਕਿਸੇ ਇੱਕ ਚੀਜ਼ ਨੂੰ ਕਿਹਾ ਜਾਵੇ ਛੱਡ ਦਿਓ ਫਿਰ ਸਭ ਜ਼ਾਇਆ ਹੋ ਜਾਵੇ ਤਾਂ ਪਤਾ ਕੀ ਚੀਜ਼ ਹੈ? ਵਕਤ ਦੇ ਇਮਾਮ ਦੀ ਮਾਰਫਤ ਤੇ ਉਸ ਦੀ ਨੁਸਰਤ। ਇਹ ਤੁਹਾਨੂੰ ਕਰਬਲਾ ਤੋਂ ਦਰਸ ਨਹੀਂ ਮਿਲਿਆ? ਕਰਬਲਾ ਤੋਂ ਦਰਸ ਨਹੀਂ ਮਿਲਿਆ ਤੁਹਾਨੂੰ ਕਿ ਹੋਰ ਦੇ ਕੋਲ ਕਿਹੜੀ ਉਹਦੇ ਕੋਲ ਸਿਰਫ ਵਕਤ ਦੇ ਇਮਾਮ ਦੀ ਮਾਰਫਤ ਆਈ ਤਾਂ ਉਹਨੇ ਨੁਸਰਤ ਕੀਤੀ। ਮੌਲਾ ਹੁਸੈਨ ਬਾਦਸ਼ਾਹ ਦੀ ਮਾਰਫਤ ਤੇ ਉਸ ਦੀ ਨੁਸਰਤ ਕੀਤੀ ਤੇ ਸਾਰੀ ਉਮਰ ਯਜ਼ੀਦੀ ਲੰਗਰ ਤੇ ਪੜ ਕੇ, ਯਜ਼ੀਦ ਦੇ ਪਿੱਛੇ ਨਮਾਜ਼ਾਂ ਪੜ੍ਹ ਕੇ ਉਹ ਸਲਮਾਨ ਫਾਰਸੀ ਜੈਸੇ ਤੋਂ ਅਫਜ਼ਲ ਹੋ ਗਿਆ। ਠੀਕ ਹੈ। ਤੇ ਉਹ ਜਿਹੜੇ ਯਜ਼ੀਦੀ ਸਨ 9 ਲੱਖ ਯਜ਼ੀਦੀ ਫੌਜੀ ਹਾਜੀ ਸਨ, ਅਲਹਾਜ ਸਨ, ਰੋਜ਼ੇਦਾਰ ਸਨ, ਹਕੂਕੁल्लाह ਹਕੂਕੁਲ ਇਬਾਦ ਦੇ ਉੱਤੇ ਨਾਰੇ ਮਾਰਨ ਵਾਲੇ, ਸ਼ਰੀਅਤ ਦੇ ਗੁਲਾਮ, ਸਾਹਬਾ ਕਰਾਮ ਨਾਲ ਮੁਹੱਬਤ ਕਰਨ ਵਾਲੇ, ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਖਾਤਰ ਜਾਨ ਲੈਣ ਵਾਲੇ ਵੀ ਤੇ ਜਾਨ ਦੇਣ ਵਾਲੇ ਵੀ, ਇਸ ਤਰ੍ਹਾਂ ਦੇ ਜੋ ਲੋਕ ਸਨ। ਫਿਰ ਉਹ ਕਿਉਂ ਲਾਂਤੀ ਹੋਏ? ਵਜ੍ਹਾ ਪਤਾ ਕੀ ਹੈ? ਉਹਨਾਂ ਨੂੰ ਵਕਤ ਦਾ ਜਿਹੜੇ ਹੁਸੈਨ ਸਨ ਨਾ, ਜਿਹੜੇ ਵਕਤ ਦੇ ਇਮਾਮ ਸਨ, ਵਕਤ ਦੇ ਇਮਾਮ ਜ਼ਮਾਨਾ ਸਨ, ਉਹਨਾਂ ਦੀ ਮਾਰਫਤ ਨਹੀਂ ਸੀ। ਨਾ ਉਹਨਾਂ ਨੇ ਉਹਦੀ ਮਾਰਫਤ ਹਾਸਿਲ ਕੀਤੀ, ਨਾ ਹੀ ਉਹਨਾਂ ਦੀ ਨੁਸਰਤ ਕੀਤੀ, ਬਲਕਿ ਉਹਨਾਂ ਦੀ ਮੁਖਾਲਫਤ ਕੀਤੀ। ਠੀਕ ਹੈ, ਗੱਲ ਸਮਝ ਆਈ ਜੇ? ਲੇਕਿਨ ਹੁਰ ਨੇ ਵਕਤ ਦੇ ਇਮਾਮ ਦੀ ਮਾਰਫਤ ਵੀ ਹਾਸਿਲ ਕੀਤੀ ਤੇ ਉਸ ਦੀ ਨੁਸਰਤ ਵੀ ਕੀਤੀ ਤੇ ਉਹ ਸਲਮਾਨ ਫਾਰਸੀ ਜੈਸੇ ਜਿਹੜੇ ਮਿੰਨਾ ਅਹਿਲੇ ਬੈਤ ਨੇ ਉਹਨਾਂ ਤੋਂ ਵੱਡਾ ਦਰਜਾ ਪਾ ਗਿਆ। ਈਮਾਨ ਦੇ ਟੌਪ ਤਰੀਨ ਦਰਜੇ ਤੇ ਨੇ ਸਲਮਾਨ ਫਾਰਸੀ 10ਵੇਂ ਦਰਜੇ ਤੇ ਉਹਨਾਂ ਤੋਂ ਵੀ ਆਲਾ ਮਕਾਮ ਲੈ ਗਏ ਕੌਣ? ਜਨਾਬੇ ਹੁਰ। ਤੇ ਫਿਰ ਗੱਲ ਸਮਝ ਆ ਗਈ ਜੇ ਵਕਤ ਦੇ ਇਮਾਮ ਦੀ ਮਾਰਫਤ ਕਿੱਡੀ ਜ਼ਰੂਰੀ ਹੈ ਤੇ ਮਾਰਫਤ ਤੋਂ ਬਾਅਦ ਫਿਰ ਨੁਸਰਤ ਕਿੱਡੀ ਜ਼ਰੂਰੀ ਹੈ। ਗੱਲ ਸਮਝ ਆਈ ਜੇ? ਅਗਰ ਤੁਸੀਂ ਫਿਰ ਮੇਰਾ ਇੱਕ ਸਵਾਲ ਬਣਦਾ ਤੁਹਾਡੇ ਨਾਲ ਕਿ ਯਾਰ ਫਿਰ ਫੋਕਸ ਵੀ ਉਸ ਚੀਜ਼ ਤੇ ਕਰੋ, ਫੋਕਸ ਵੀ ਉਸ ਚੀਜ਼ ਤੇ ਕਰੋ ਕਿ ਜਿਸ ਵਿੱਚ ਆਲ ਇਨ ਵਨ, ਜਿਹਦੇ 'ਚ ਸਭ ਚੀਜ਼ਾਂ ਸਮਾ ਸਕਣ।
अगर तुहाडे कोल वक़्त दे इमाम दी मार्फत नहीं ते नुसरत नहीं ते तुहाडियां सारियां चीज़ां बेकार हो सकदियां, बेकार हो सकदियां। जिस तरह के यज़ीदी फ़ौज को सारी इबादत मौजूद सन, सिर्फ वक़्त दे इमाम तो ही गाफिल सन। ते सरकार तुहाडा की बनेगा? तुहाडे को भी तो इबादतां बड़ियां ने, लेकिन तुसीं अपने वक़्त दे इमाम तो गाफिल हो। लिहाज़ा फिर फोकस उस तो करो कि जिस तो बगैर गुज़ारा कोई नहीं है। फिर ਜਿਹੜਾ ਵੀ ਤੁਸੀਂ ਆਲਮ ਸੁਣੋ, ਜ਼ਾਕਰ ਸੁਣੋ, ਕਿਤਾਬ ਪੜ੍ਹੋ, ਤੁਹਾਡਾ ਫੋਕਸ ਫੁੱਲ ਤੇ ਫੁੱਲ ਉਸ ਤੇ ਹੋਣਾ ਚਾਹੀਦਾ ਕਿ ਵਕਤ ਦੇ ਇਮਾਮ ਦੀ ਪਹਿਲੇ ਮਾਰਫਤ ਕਿਵੇਂ ਕਰਨੀ ਹੈ, ਫਿਰ ਨੁਸਰਤ ਕਿਵੇਂ ਹੋਏਗੀ। ਮਾਰਫਤ ਹੋਏਗੀ ਤੇ ਨੁਸਰਤ ਹੋਏਗੀ ਨਾ। ਮਾਰਫਤ ਹੋਏਗੀ ਤੇ ਇਬਾਦਤ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਸਹੀ ਕੀ ਕਰਨ ਤੇ ਗਲਤ ਕੀ, ਕਿਉਂਕਿ ਉਹ ਜਾਹਿਲ ਹੈ ਜਿਸ ਨੂੰ ਵਕਤ ਦੇ ਇਮਾਮ ਦੀ ਮਾਰਫਤ ਨਹੀਂ ਹੈ, ਉਹ ਬੰਦਾ ਜਾਹਿਲ ਹੈ। ਇਹ ਫਰਮਾਨ ਹੈ ਮਾਸੂਮ ਦਾ, ਮੈਂ ਕੋਈ ਆਪਣੇ ਕੋਲ ਤਾਂ ਗੱਲ ਨਹੀਂ ਕਰ ਰਿਹਾ ਤੁਹਾਨੂੰ। ਤੇ ਬੇਵਕੂਫ ਤੇ ਗੁੱਸਾ ਕਰਦੇ ਨੇ, ਅਕਲਮੰਦ ਤਹਿਕੀਕ ਕਰਦੇ ਨੇ, ਗੌਰ ਫਿਕਰ ਕਰਦੇ ਨੇ ਤੇ ਫਿਰ ਜਵਾਬ ਦਿੰਦੇ ਨੇ। ਠੀਕ ਹੈ, ਤੁਹਾਡੀਆਂ ਸਾਰੀਆਂ ਚੀਜ਼ਾਂ ਬੇਕਾਰ ਹੈ ਅਗਰ ਵਕਤ ਦੇ ਇਮਾਮ ਦੀ ਮਾਰਫਤ ਨੁਸਰਤ ਨਹੀਂ। ਬੇਸ਼ੱਕ ਅੱਛਾ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਇਹ ਗੱਲ ਲਓ ਜੀ ਹੁਣ ਮਜਲਿਸ ਕਰਾਉਣਾ ਮੈਨੂੰ ਗਲਤ ਕਹਿ ਦਿੱਤਾ, ਜ਼ੰਜੀਰ ਤਾਂ ਨਹੀਂ ਕਹਿ ਦਿੱਤਾ, ਆਜ਼ਾਦਾਰੀ ਕਹਿ ਦਿੱਤਾ, ਬੰਦੇ ਨੇ ਜ਼ਾਇਆ ਹੋ ਜਾਏਗੀ, ਗਲਤ ਹੋ ਜਾਏਗੀ। ਮੈਨੂੰ ਇਹ ਦੱਸੋ ਇਹ ਜਿਹੜੇ ਹਾਜੀ ਸਨ, ਅਲਹਾਜ ਸਨ, ਕਿਆ ਇਹਨਾਂ ਦਾ ਹੱਜ ਫਿਰ ਜ਼ਾਇਆ ਨਹੀਂ ਹੋਇਆ? ਇਹ ਜਿਹੜੇ ਹਾਫਜ਼ੇ ਕੁਰਾਨ ਸੀ, ਇਹਨਾਂ ਦਾ ਕੁਰਾਨ ਪੜ੍ਹਨਾ, ਜਿਹੜੇ ਇੱਕ ਲਫ਼ਜ਼ 10 ਨੇਕੀਆਂ ਪੜ੍ਹੀਆਂ ਮਿਲਦੀਆਂ ਨੇ, ਜ਼ਾਇਆ ਨਹੀਂ ਹੋਇਆ? ਅੱਲਾ ਅੱਲਾ ਕਰਨਾ ਜ਼ਾਇਆ ਨਹੀਂ ਹੋਇਆ? ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਖਾਤਰ ਜਾਨ ਦੇਣਾ ਲੈਣਾ ਜ਼ਾਇਆ ਨਹੀਂ ਹੋਇਆ? ਆਪਣੇ ਵਾਸਤੇ ਤਾਂ ਉਹ ਨਬੀਆਂ ਨਾਲ ਪਿਆਰ, ਜੰਨਤ ਦੋਜ਼ਖ ਤੇ ਈਮਾਨ, ਇਹਨਾਂ ਦਾ ਜ਼ਾਇਆ ਨਹੀਂ ਹੋਇਆ? ਤੇ ਤੁਸੀਂ ਕਿਸ ਖੋਏ ਦੀ ਮੂਲੀ ਹੋ ਜੀ? ਜਿਹੜਾ ਵਕਤ ਦੇ ਇਮਾਮ ਦੇ ਨਾਲ ਟਕਰਾ ਜਾਵੇ ਨਾ, ਜਿਹੜਾ ਵਕਤ ਦੇ ਇਮਾਮ ਨਾਲ ਟਕਰਾ ਜਾਵੇ, ਉਹਦੇ ਪੱਲੇ ਰਹਿੰਦਾ ਹੀ ਕੁਛ ਨਹੀਂ। ਹੁਣ ਤਾਂ ਅੱਲਾ ਅਜਰ ਜ਼ਾਇਆ ਨਹੀਂ ਕਰਦਾ, ਅੱਲਾ ਅਜਰ ਜ਼ਾਇਆ ਨਹੀਂ ਕਰਦਾ। ਸ਼ੈਤਾਨ ਦੀਆਂ ਕਿਹੜੀਆਂ ਨੇਕੀਆਂ ਜਿਹੜੀਆਂ ਅੱਜ ਵੀ ਨੇ, ਕਿੰਨੀਆਂ ਨੇਕੀਆਂ ਸੀ ਉਹਦੀਆਂ ਸਭ ਜ਼ਾਇਆ ਕਰ ਦਿੱਤੀਆਂ। ਅੱਲਾਹ ਪਾਕ ਤੇ ਕੁਰਾਨ ਪਾਕ ਵੀ ਫਰਮਾਉਂਦਾ ਕਿ ਬੇਸ਼ੱਕ ਮੇਰੇ ਨਬੀ ਤੋਂ ਅੱਗੇ ਕਦਮ ਨਾ ਵਧਾਉਣਾ, ਇਹ ਨਾ ਹੋਵੇ ਤੁਹਾਡੇ ਅਮਾਲ ਜ਼ਾਇਆ ਹੋ ਜਾਣ ਤੇ ਤੁਹਾਨੂੰ ਪਤਾ ਵੀ ਨਾ ਲੱਗੇ। ਉਹ ਤੇ ਅਮਾਲ ਜਦੋਂ ਮਰਜ਼ੀ ਜ਼ਾਇਆ ਕਰ ਸਕਦਾ। ਗੱਲ ਸਮਝ ਆਈ ਜੇ? ਅਗਰ ਵਕਤ ਦੇ ਇਮਾਮ ਦੀ ਮਾਰਫਤ ਤੋਂ ਬਗੈਰ ਕੋਈ ਇਬਾਦਤ ਕੀਤੀ ਤੇ ਕੀ ਕੀਤੀ? ਓਏ ਹੋਏ ਹੋਏ, ਮੌਲਾ ਫਰਮਾਉਂਦੇ ਨੇ, ਮੈਂ ਕੀ ਕਹਾਂ, ਫਰਮਾਨ ਖਤਰਨਾਕ ਸੀ। ਓਏ ਹੋਏ, ਫਰਮਾਇਆ ਵਿਲਾਇਤ ਅਲੀ ਦੇ ਬਗੈਰ, ਵਿਲਾਇਤ ਅਲੀ ਤੋਂ ਬਗੈਰ ਅਗਰ ਕੋਈ ਇਬਾਦਤ ਕਰੇ, ਕੋਈ ਇਬਾਦਤ करे या ज़ना करे, वो एक बराबर है जी। ये मासूम ਦਾ ਫਰਮਾਨ ਹੈ, ਮਾਸੂਮ ਦਾ ਫਰਮਾਨ ਹੈ, ਆਲੇ ਰਸੂਲ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨ ਹੈ। ਪਰ ਤੁਹਾਨੂੰ ਦੱਸੇ ਕੌਣ? ਤੁਹਾਨੂੰ ਦੱਸੇ ਕੌਣ? ਉਹ ਰਾਖੇ ਆਪ ਲੁਟੇਰੇ ਨੇ, ਤੁਹਾਨੂੰ ਕੌਣ ਦੱਸੇ? ਬਾਕੀ ਗੱਲ ਸਮਝ ਆਈ ਜੀ? ਅਗਰ ਕਿਸੇ ਚੀਜ਼ ਇੱਕ ਨੂੰ ਥਾਮ ਕੇ ਬਾਕੀ ਚੀਜ਼ਾਂ ਵਿੱਚ ਪੁਰ ਹੋ ਸਕਦੀਆਂ ਹੈ ਤੇ ਉਹ ਇਮਾਮ ਜ਼ਮਾਨ ਦੀ ਮਾਰਫਤ ਤੇ ਨੁਸਰਤ ਹੈ। ਅਗਰ ਤੁਸੀਂ ਇਸ ਚੀਜ਼ ਨੂੰ ਵਿੱਚੋਂ ਕੱਢ ਦੋ ਨਾ, ਵਕਤ ਦੇ ਇਮਾਮ ਦੀ ਮਾਰਫਤ ਤੇ ਨੁਸਰਤ, ਪਿੱਛੇ ਤੁਹਾਡੇ ਕੋਲ ਬਚਦਾ ਹੀ ਕੁਛ ਨਹੀਂ, ਬਚਦਾ ਹੀ ਕੁਛ ਨਹੀਂ। ਲਿਹਾਜ਼ਾ ਜਿਹੜਾ ਵੀ ਜਿਹੜੀ ਕਿਤਾਬ ਪੜ੍ਹੋ, ਜਿਹੜਾ ਵੀ ਆਲਮ ਜ਼ਾਕਰ ਸੁਣੋ, ਉਨਕਾ ਸਿਰਫ ਸਾਨੂੰ ਵਕਤ ਦੇ ਇਮਾਮ ਦੀ ਮਾਰਫਤ ਤੇ ਨੁਸਰਤ ਤੇ ਗੱਲ ਕਰ, ਬਾਕੀਆਂ ਨੂੰ ਵਾਈਂਡ ਅਪ ਕਰੋ, ਬਾਕੀਆਂ ਨੂੰ ਸਾਈਡ ਤੇ ਕਰੋ। ਜਿੰਨੀ ਦੇਰ ਤੁਹਾਨੂੰ ਵਕਤ ਦੇ ਇਮਾਮ ਦੀ ਮਾਰਫਤ ਨਹੀਂ ਹੁੰਦੀ, ਨੁਸਰਤ ਨਹੀਂ ਹੁੰਦੀ, ਕੋਸ਼ਿਸ਼ ਕਰੋ ਇਸ ਤੇ ਫੁੱਲ ਫੋਕਸ ਕਰੋ। ਫਿਰ ਜੋ ਦਿਲ ਆਏ 'ਚ ਕਰਨਾ, ਜਿਹੜੀ ਮਰਜ਼ੀ ਇਬਾਦਤ ਕਰਨਾ, ਉਹ ਫਿਰ ਤੁਹਾਡੀ ਆਪਣੀ ਮਰਜ਼ੀ ਹੈ। ਲਿਹਾਜ਼ਾ ਸਭ ਤੋਂ ਜ਼ਰੂਰੀ ਹੈ। ਲੇਕਿਨ ਅਗਰ ਤੁਸੀਂ ਬਾਕੀ ਇਬਾਦਤ ਦੇ ਚੱਕਰ ਵਿੱਚ ਵਕਤ ਦੇ ਇਮਾਮ ਦੀ ਮਾਰਫਤ ਨੂੰ ਛੱਡਤਾ ਤੇ ਨੁਸਰਤ ਨੂੰ ਛੱਡਤਾ, ਤੇ ਫਿਰ ਤੇਰਾ ਕਿਆ ਹੋਗਾ ਕਾਲੀਆ, ਬਸ ਇੰਨਾ ਸੋਚ ਲੈ। ਬਾਕੀ ਹੁਬ ਅਲੀ ਰਹਿਮਤੁल्लाह, बुग़्ज़ अली लानतुल्लाह बेशुमार।